हाँ जी बच्चों। अच्छा बेटा, ਆਪਾਂ ਅੱਗੇ ਪਾਰਟਨਰਸ਼ਿਪ ਦੇ ਕਾफ़ੀ ਲੈਕਚਰ ਕਰ ਚੁੱਕੇ ਹਾਂ। ਹੁਣ ਨੈਕਸਟ ਪਾਰਟਨਰਸ਼ਿਪ ਦੇ ਵਿੱਚ ਹੀ ਆਉਂਦਾ ਹੈ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਅੱਛਾ ਬੇਟਾ, ਇਹ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕੀ ਹੁੰਦਾ? ਹੁਣ ਦੇਖੋ, ਜਦੋਂ ਆਪਾਂ +1 'ਚ ਕੀਤਾ ਸੀ, ਲਾਸਟ 'ਤੇ ਕਿਹੜਾ ਟੌਪਿਕ ਕੀਤਾ ਸੀ? ਲਾਸਟ 'ਤੇ ਤੁਹਾਨੂੰ ਸਭ ਨੂੰ ਯਾਦ ਹੋਣਾ, ਲਾਸਟ 'ਤੇ ਆਪਾਂ ਕੀਤਾ ਸੀ ਫਾਈਨਲ ਅਕਾਊਂਟਸ। ਕਿਹੜਾ ਅਕਾਊਂਟਸ? ਫਾਈਨਲ ਅਕਾਊਂਟਸ, जिन्हें विच नंबर 1 ते ट्रेडिंग अकाउंट बनाने हैं, नंबर 2 ते की बनाते सी? प्रॉफिट एंड लॉस अकाउंट, और नंबर ते तीजे 3 ते की हुंदा सी? बैलेंस शीट। याद आ गया? ट्रेडिंग अकाउंट दा जिहड़ा बैलेंस सी, ट्रेडिंग अकाउंट तो की निकलदा सी? ग्रॉस प्रॉफिट। याद है? उस तो बाद ग्रॉस प्रॉफिट नूं आपां अगे लैके जांदे सी किहदे विच? प्रॉफिट एंड लॉस अकाउंट 'ਚ। और प्रॉफिट एंड लॉस अकाउंट ਦਾ ਤੇ ਐਂਡ ਤੇ ਆ ਕੇ ਪ੍ਰੋਫਿਟ ਐਂਡ ਲਾਸ ਅਕਾਊਂਟ ਚੋਂ ਕੀ ਨਿਕਲਦਾ ਸੀ? ਨੈਟ ਪ੍ਰੋਫਿਟ। ਠੀਕ ਹੈ, ਤੇ ਉਹ ਨੈਟ ਪ੍ਰੋਫਿਟ ਕੱਢਣ ਤੋਂ ਬਾਅਦ ਆਪਾਂ ਕੀ ਬਣਾਉਂਦੇ ਸੀ? ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਯਾਦ ਆ ਗਈ, ਜਿਹਦੇ ਵਿੱਚ ਬੈਲੈਂਸ ਦੋਵਾਂ ਸਾਈਡਾਂ ਦਾ ਮਿਲਾਣਾ ਹੁੰਦਾ ਸੀ, ਤੇ ਤੁਸੀਂ ਹਮੇਸ਼ਾ ਹੀ ਇਹ ਕਰਦੇ ਰਹਿੰਦੇ ਹੁੰਦੇ, ਸਰ ਸਾਡਾ ਬੈਲੈਂਸ ਨਹੀਂ ਮਿਲਿਆ, ਸਰ ਸਾਡਾ ਬੈਲੈਂਸ ਨਹੀਂ ਮਿਲਿਆ, ਬੈਲੈਂਸ ਸ਼ੀਟ ਨਹੀਂ ਮਿਲਦੀ ਪਈ, ਹੈ ਨਾ। ਹੁਣ ਦੇਖੋ, ਜਿਹੜਾ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਨੈਟ ਪ੍ਰੋਫਿਟ ਨਿਕਲ ਗਿਆ, ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਨੈਟ ਪ੍ਰੋਫਿਟ ਨਿਕਲਿਆ, ਉਸ ਨੈਟ ਪ੍ਰੋਫਿਟ ਦੇ ਵਿੱਚ ਬੇਟਾ ਕੁਛ ਕੁ ਐਡਜਸਟਮੈਂਟਸ ਕਰਕੇ ਤੇ ਨੈਟ ਪ੍ਰੋਫਿਟ ਮਤਲਬ ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਬੈਲੈਂਸ ਸ਼ੀਟ ਦੇ ਵਿਚਾਲੇ ਕੀ ਬਣੇਗਾ? ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਮੀਨਸ ਕਹਿੰਦਾ ਵੀ ਨੈਟ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਤੇ ਬੈਲੈਂਸ ਸ਼ੀਟ ਤੋਂ ਪਹਿਲਾਂ ਕਿਹੜਾ ਬਣਦਾ ਹੈ? ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਦਾ ਮਤਲਬ ਹੈ, ਐਪਰੋਪ੍ਰੀਏਸ਼ਨ ਦਾ ਮਤਲਬ ਹੁੰਦਾ ਵੰਡਣਾ। ਮੀਨਸ ਜਿਹੜਾ ਵੀ ਪ੍ਰੋਫਿਟ ਐਂਡ ਲਾਸ ਅਕਾਊਂਟ ਚੋਂ ਨਿਕਲਿਆ, ਜਿਹੜਾ ਨੈਟ ਪ੍ਰੋਫਿਟ ਨਿਕਲਿਆ ਸੀ, ਉਸ ਨੂੰ ਪਾਰਟਨਰਸ ਦੇ ਵਿੱਚ ਵੰਡਣਾ ਕਿਵੇਂ? ਐਪਰੋਪ੍ਰੀਏਟ ਕਿਵੇਂ ਕਰਨਾ? ਉਸ ਚੀਜ਼ ਨੂੰ ਦਰਸਾਉਣ ਵਾਲਾ ਜਿਹੜਾ ਅਕਾਊਂਟ ਹੈ ਉਹ ਕੀ ਹੈ? ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਹਾਂ, ਉਸ ਨੂੰ ਦਰਸਾਉਣ ਤੋਂ ਪਹਿਲਾਂ ਉਹਨਾਂ ਨੂੰ ਆਪਸ ਵਿੱਚ ਵੰਡਣ ਤੋਂ ਪਹਿਲਾਂ ਉਹਦਾ ਪ੍ਰੋਫਿਟ ਐਂਡ ਲਾਸ ਜਿਹੜਾ ਹੈਗਾ ਨੈਟ ਪ੍ਰੋਫਿਟ ਦੇ ਵਿੱਚੋਂ ਕੁਛ ਐਡਜਸਟਮੈਂਟਸ ਕਰਨੀਆਂ ਪੈਂਦੀਆਂ ਨੇ। ਐਡਜਸਟਮੈਂਟ ਕਰਨ ਤੋਂ ਬਾਅਦ ਉਹ ਐਂਡ 'ਤੇ ਉਹਨਾਂ ਨੂੰ ਪ੍ਰੋਫਿਟ ਨੂੰ ਵੰਡ ਦੇਣਾ। ਸਾਰੇ ਪਾਰਟਨਰਸ ਦੇ ਵਿੱਚ ਜਿਹੜੀ ਵੀ ਰੇਸ਼ੋ ਦਿੱਤੀ ਹੋਏਗੀ, ਚਾਹੇ ਇਕੁਅਲ ਵੰਡਣਾ ਤਾਂ ਇਕੁਅਲ, ਚਾਹੇ ਜਿਹੜੀ ਉਹਨਾਂ ਨੇ ਪਾਰਟਨਰਸ਼ਿਪ ਡੀਡ ਵਿੱਚ ਲਿਖੀ ਹੋਈ ਹੈ ਵੀ ਮੰਨ ਲਓ 2:1:1, ਕੋਈ ਵੀ ਰੇਸ਼ੋ ਹੋ ਸਕਦੀ ਹੈ ਨਾ, ਉਸ ਰੇਸ਼ੋ ਵਿੱਚ ਉਹਨੂੰ ਵੰਡ ਦੇਣਾ। ਦੇਖੋ, ਉਵੇਂ ਤੁਹਾਨੂੰ ਇਹਦੀ ਮੈਂ ਦਿੱਤੀ ਹੋਈ ਆ, ਇਹਦਾ ਮੀਨਿੰਗ ਕੀ ਹੈ? ਉਹ ਕਹਿੰਦਾ ਇਹ ਖਾਤਾ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ। ਤੁਹਾਨੂੰ ਪਹਿਲਾਂ ਦੱਸਿਆ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ ਹੈ। ਜਦੋਂ ਅਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਨੈਟ ਪ੍ਰੋਫਿਟ ਫਾਈਂਡ ਕਰ ਲੈਂਦੇ ਹਾਂ, ਤਾਂ ਉਸ ਨੈਟ ਪ੍ਰੋਫਿਟ ਵਿੱਚੋਂ ਕੁਝ ਐਡਜਸਟਮੈਂਟਸ ਕਰਨ ਤੋਂ ਬਾਅਦ ਉਸ ਨੂੰ ਸਾਂਝੇਦਾਰਾਂ ਵਿੱਚ ਵੰਡਿਆ ਜਾਂਦਾ ਹੈ, ਜੋ ਕਿ ਇਸੇ ਅਕਾਊਂਟ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਵਿੱਚ ਜਾ ਕੇ ਹੀ ਵੰਡਿਆ ਜਾਂਦਾ। ਮਤਲਬ ਇਸ ਅਕਾਊਂਟ ਵਿੱਚ ਜਾ ਕੇ ਹੀ ਉਹ ਵੰਡਿਆ ਜਾਂਦਾ। ਹੁਣ ਆਪਾਂ ਇਹਦੇ ਵਿੱਚ ਬੇਟਾ ਇੱਕ ਗੱਲ ਕਹੀ ਹੈ, ਉਹਦੇ ਵਿੱਚ ਕੁਝ ਐਡਜਸਟਮੈਂਟਸ ਕਰਨ ਤੋਂ ਬਾਅਦ, ਮਤਲਬ ਕਿਹਦੇ ਵਿੱਚ ਐਡਜਸਟਮੈਂਟਸ ਕਰਾਂਗੇ? ਨੈਟ ਪ੍ਰੋਫਿਟ ਵਿੱਚ। ਕਿਹਦੇ ਵਿੱਚ ਐਡਜਸਟਮੈਂਟ ਕਰਾਂਗੇ? ਨੈਟ ਪ੍ਰੋਫਿਟ ਵਿੱਚ ਐਡਜਸਟਮੈਂਟਸ ਕਰਨੀਆਂ ਨੇ। ਹੁਣ ਉਹ ਐਡਜਸਟਮੈਂਟਸ ਆਪਾਂ ਵੇਖਦੇ ਹਾਂ ਵੀ ਐਡਜਸਟਮੈਂਟਸ ਹੈਗੀਆਂ ਕਿਹੜੀਆਂ। ਕੁਛ ਕੁ ਐਡਜਸਟਮੈਂਟਸ ਨੇ ਬੇਟਾ, ਜਿਵੇਂ ਨੰਬਰ 1 ਤੇ ਇੰਟਰਸਟ ਔਨ ਕੈਪੀਟਲ, ਇਹ ਨੰਬਰ 1 ਤੇ ਇੰਟਰਸਟ ਔਨ ਕੈਪੀਟਲ। ਨੰਬਰ 2 ਤੇ ਸੈਲਰੀ ਔਰ ਕਮਿਸ਼ਨ। ਨੰਬਰ 3 ਤੇ ਬੋਨਸ ਵਗੈਰਾ ਕੋਈ। ਨੰਬਰ 4 ਤੇ कोई रिजर्व वगैरह। नंबर 5 ते इंटरस्ट ऑन ड्राइंग्स। ਇਹ 5 ਕੁ ਐਡਜਸਟਮੈਂਟਸ ਨੇ ਜਿਹੜੀਆਂ ਆਪਾਂ ਔਨ ਦ ਪ੍ਰੋਫਿਟ ਐਂਡ ਨੈਟ ਪ੍ਰੋਫਿਟ ਵਿੱਚ ਕਰਨ ਤੋਂ ਬਾਅਦ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ, ਮਤਲਬ ਉਹਨਾਂ ਪ੍ਰੋਫਿਟ ਉਹਨਾਂ ਸਾਂਝੇਦਾਰਾਂ ਨੂੰ ਆਪਸ ਵਿੱਚ ਵੰਡਦੇ ਆ। ਹੁਣ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਬੇਟਾ, ਜਿਹੜਾ ਇਹ ਪ੍ਰੋਫਿਟ ਐਂਡ ਲਾਸ ਅਕਾਊਂਟ ਹੈ, ਇਹ ਕੀ ਹੈਗਾ? ਕੀ ਹੈ? ਇੱਕ ਨੋਮੀਨਲ ਅਕਾਊਂਟ। ਕਿਹੜਾ ਅਕਾਊਂਟ? ਨੋਮੀਨਲ ਅਕਾਊਂਟ।
नॉमिनल अकाउंट विच तो तुहानूं प्लस 1 च भी मैं कराया सी पता है जो आपां कीते सी ना परसनल अकाउंट ते नॉमिनल अकाउंट ते रीयल अकाउंट तीन तरह के अकाउंट होंदे रीयल अकाउंट परसनल अकाउंट ते नॉमिनल अकाउंट नॉमिनल अकाउंट विच की सी भला सारे खर्चे ते हानियां डेबिट ते सारे लाभ ते आमदना वो क्रेडिट करते सी आपां सारे खर्चे ते हानियां नूं डेबिट करते सी और सारे लाभां नूं ते आमदना नूं की करते सी आपां क्रेडिट करते सी। ये नॉमिनल अकाउंट का रूल सी। हुण ये जिहड़ा ये भी अकाउंट है बेटा जिहड़ा प्रॉफिट एंड लॉस एप्रोप्रिएशन अकाउंट है वो भी जिहड़ा है वो भी एक ही है एक नॉमिनल अकाउंट ही है वो भी की है एक नॉमिनल अकाउंट प्रॉफिट एंड लॉस एप्रोप्रिएशन अकाउंट इहदा फॉर्मेट दसदा तुहानूं फॉर्मेट पता की हुंदा है आ देखो रफ जिहा फॉर्मेट वाहने आपां आ प्रॉफिट एंड लॉस अकाउंट का फॉर्मेट हुंदा है पर्टिकुलर अमाउंट पर्टिकुलर ते अमाउंट हुण बेटा जिवें आपां नूं उन्होंने क्या आपां पहला कीता है भी जिहड़ा इहदा बैलेंस की हुंदा भला कित्थों लैंदे आ नैट प्रॉफिट क्योंकि नैट प्रॉफिट नूं वड्डना है ना आपां नैट प्रॉफिट मतलब प्रॉफिट एंड लॉस अकाउंट तो जिहड़ा नैट प्रॉफिट निकलदा है वो इधर आ जाता है नैट प्रॉफिट आया ब्रॉड फॉरवर्ड एली साइड आ होगी तुहाडी डेबिट साइड आ होगी क्रेडिट साइड आ होगी डेबिट साइड आ क्रेडिट साइड ते आएगा बाय बैलेंस BD या नैट प्रॉफिट भी लिख सकते हैं कुछ भी लिख सकते हैं इत्थे कितना जिन्ना भी बंदा नैट प्रॉफिट होया वो आएगा ठीक है। हुण बेटा आपां देखते हैं भी आपां उहदे विच लिखिया सी मीनिंग दे विच भी कुछ एडजस्टमेंट्स ने जिहड़ियां एडजस्टमेंट्स ने वो एडजस्टमेंट्स करन तो बाद उन्हां विच प्रॉफिट जिहड़ा बचिया प्रॉफिट नूं आपस विच वंड दिता जांदा। हुण एडजस्टमेंट्स आ तुहानूं दस्सियां सी जिवें नंबर 1 ते आ गया इंटरस्ट ऑन कैपिटल। हुण इंटरस्ट ऑन कैपिटल इंटरस्ट ऑन कैपिटल की हुंदी है जिहड़ी भी मालकां ने प्रोपराइटर ने पैसा उहदे विच लाया है उहदे ते ब्याज बिजनेस वास्ते की बिजनेस ते प्रोपराइटर एक अलग अलग चीज़ां ने ना दोवें अलग अलग ने। हुण बिजनेस वास्ते जे मालक ने विच पैसा लाया है तो पैसे ते ब्याज मालक नूं देनी पैनी है प्रोपराइटर नूं देनी पैनी है इसलिए बिजनेस वास्ते की हो गया वो खर्चा तो ये नॉमिनल अकाउंट है तो खर्चा किहड़ी साइड ते आएगा डेबिट सारे खर्चे ते हानियां किधर आंदियां ने डेबिट इसलिए इत्थे आएगा टू इंटरस्ट ऑन कैपिटल। उवें सैलरी मान लो पार्टनर है उन्होंने एक्सट्रा काम करने वास्ते सैलरी मंगता है तो सैलरी भी की है बिजनेस वास्ते एक खर्चा व्यापार वास्ते की है खर्चा उवें सैलरी भी इधर आएगी। उवें जे कोई बोनस मंगता है तो बोनस भी इधर आएगा बोनस भी इधर आएगा ਜਾਂ कोई रिजर्व बनाना है रिजर्व तो पहला वेखो इंटरस्ट ऑन ड्राइंग्स। हुण ड्राइंग्स है मालिक ने पैसा कढ़िया प्रोपराइटर ने बिजनेस के विचों कुछ पैसा कढ़िया तो आदे परसनल यूज वास्ते कढ़िया तो फिर वो जी ब्याज है उन्होंने ड्राइंग्स से ब्याज वो देनी पाएगी तो बिजनेस वास्ते की हो गया वो आमदन बिजनेस वास्ते की हो गया आमदन तो आमदन किहड़ी साइड ते आएगी क्रेडिट। देखो इत्थे आएगी बाय इंटरस्ट ऑन ड्राइंग्स इधर आनगियां बाकी क्योंकि वो साडे वास्ते आमदन है तो जिहड़ा इह वाले साडे खर्चे है ये सारे इधर आएंगे। इवें ही जे कोई रिजर्व बनाना है फ्यूचर वास्ते रिजर्व तुहानूं मैं अगे भी दस्सिया सी भी कंपनी कुछ ना कुछ पैसा बचा के रख लैंदी है रिजर्व के रूप च रख लैंदी है ताकि इन फ्यूचर जे कोई मान लो कोई बहुत बड़ा लॉस हो जाता है ਜਾਂ कोई होर किसी भी तरीके नाल उस रिजर्व नूं यूज़ किया जा सकता। जे लॉस हो जाता तो कंपनी नूं ज़्यादा बिल्कुल डोले ना ठीक है। रिजर्व बनाना है तो वह भी किन्ने तो बनाना है नैट प्रॉफिट च बनाना है नैट प्रॉफिट चों पहला रिजर्व बना के उस तो बाद बाकी प्रॉफिट उन्होंने वंडना है
तो रिजर्व भी जिहड़ा वो कंपनी वास्ते की हो गया, खर्चा ही हो गया ना एक तरह का, रिजर्व भी इधर आएगा। ठीक है, यह इनका फॉर्मेट है। किहड़ियां चीज़ां घटाणियां ने, उस तो बाद वेखो ना, उस तो बाद बैलेंस आपां कढना है। तो बैलेंस आपां कढना तुहानूं पहलां ही दस्सिया है भी डैबिट साइड का भी जोड़ ला लो, क्रेडिट साइड का भी जोड़ ला लो। जे डैबिट साइड ते क्रेडिट साइड विचों जिहड़ी भी साइड का जोड़ ज़्यादा है तो वह दोवां साइडां ते लिख लो, वो दोवां साइडां ते लिख लो। जोड़ इधरला ज़्यादा तो इधर लिख लो, इधरला ज़्यादा तो इधर लिख लो। जे इधरला जोड़ ज़्यादा है, डैबिट साइड वाला जोड़ ज़्यादा है तो सानू हानि हो जाएगी। जे क्रेडिट साइड वाला जोड़ ज़्यादा है तो सानू बाकी बचा लाभ हो जाएगा। हुण इधरला मान लो जोड़ ज़्यादा है तो सानू होएगा लाभ। लाभ नूं वड्डना किवें है, तो इत्थे लिख देना टू प्रॉफिट ट्रांसफर टू, हुण जिहड़ा प्रॉफिट नूं ट्रांसफर करना है किंदे विच, कैपिटल विच, तो उन्होंने कैपिटल्स उन्नी होनी वो लाभ जिन्ना जिन्ना होया ए बी सी जिन्ने भी पार्टनर है उन्नी उन्नी उन्होंने कैपिटल वध जाएगी। ठीक है, यह सीगा इहदा यह फॉर्मेट सी तो कुछ एडजस्टमेंट सी जिहड़ियां तुहानूं दसियां भी आह वालियां अपनी एडजस्टमेंट करके तो उन्हां नूं आपस विच प्रॉफिट है जिहड़ा वंड देना। हुण अगों वेखो बेटा, हुण थ्योरी वेखो इहदी की सीगा बई परपज़ ऑफ प्रॉफिट एंड लॉस। हुण आपां कहना प्रॉफिट एंड लॉस एप्रोप्रिएशन अकाउंट का परपज़ की है, क्यों बनाया जाता है। हुण तां तुहानूं बेटा क्लीयर हो चुकी होनी है भी क्यों बनाया जाता है। सब नाल पहला काम साझेदारां विचकार लाभ जां हानि की वंड नूं दर्शाउंदा है। ये की दर्शाउंदा है, साझेदारां दे विचकार लाभ जां हानि की वंड नूं, क्योंकि लाभ जां हानि कित्थों निकलदा है, नैट प्रॉफिट। नैट प्रॉफिट तो बाद बनता है तो इहदा मतलब वो नैट प्रॉफिट नूं आपस में वंडना है, उन्होंने उस वंड नूं कौन दर्शाउंदा है, प्रॉफिट एंड लॉस एप्रोप्रिएशन अकाउंट। अगों चलो बेटा, इस खाते विच साझेदारां नूं अदायगी योग पूंजी ते ब्याज, मैं तो जिहड़ी एडजस्टमेंट है बेटा कर कीतियां सी आपां, इंटरस्ट ऑन कैपिटल हो गई, इंटरस्ट ऑन ड्राइंग्स हो गई, सैलरी हो गई, कमीशन हो गया, कोई बोनस हो गया। ठीक है ना, इस खाते में साझेदारों नूं अदायगी योग पूंजी ते ब्याज, कमीशन, वेतन, बोनस आदि दर्शाया जाता है। हुण वेखो ना, एक चीज़ अपनी रह गई विचों भी आपां उहदे विच इंटरस्ट ऑन लोन नहीं लिया। इंटरस्ट ऑन लोन की सी, लोन कितना सी 6%। एक चीज़ बेटा ध्यान दिया जे, इंटरस्ट ऑन लोन 6% है, ये प्रॉफिट एंड लॉस एप्रोप्रिएशन अकाउंट की डेबिट साइड ते कदे भी नहीं आएगा। क्यों? क्योंकि इंटरस्ट ऑन लोन है जिहड़ा वो देण तो बाद बाकी बचा नैट प्रॉफिट उन्होंने विचों एडजस्टमेंट करनी है। इहदा मतलब जिहड़ा भी इंटरस्ट है पार्टनर नूं 6% लोन ते 6% देना है, किसी भी पार्टनर नूं देना है। मान लो उन्हें लोन दिता है, उन्होंने 6% ब्याज देनी है। ब्याज जिन्नी भी बनी 5000 10,000 जिन्नी भी बनी उन्होंने नैट प्रॉफिट विचों पहले ही घटा देना। नैट प्रॉफिट इधरली साइड ते लिखिया सी ना, डेबिट और क्रेडिट साइड ते नैट प्रॉफिट लिखना ही लोन दा पैसा घटाण तो बाद है। इसलिए ये डेबिट साइड ते इंटरस्ट ऑन लोन नहीं आता, क्योंकि बाकी सारी एडजस्टमेंटां करन तो पहला इंटरस्ट ऑन लोन देना है और इंटरस्ट ऑन लोन है जिहड़ा वो नैट प्रॉफिट विचों पहले ही घटा दिता जाएगा। घटाण तो बाद नैट प्रॉफिट लिखा जाएगा। जे ड्राइंग्स हैगियां तो ड्राइंग्स लिखिया जाणगियां ते उस तो बाद बाकी एडजस्टमेंट्स कीतियां जाणगियां। ठीक है, अगों आ गया बेटा तीजा पॉइंट सीगा ड्राइंग्स ते ब्याज। ये पहले दस चुके हैं, ड्राइंग्स ते ब्याज कंपनी वास्ते की हुंदी है, आमदन हुंदी है। और आमदन किहड़ी साइड ते आंदी है, क्रेडिट साइड। आमदन किहड़ी साइड ते आंदी है, क्रेडिट साइड। ड्राइंग्स ते ब्याज क्योंकि व्यापार लई आमदन हुंदी है, उस नूं क्रेडिट किया जाता है। नंबर 4 ते कोई रिजर्व बनाना है तो रिजर्व जे कोई बनाना है तो उसनूं डेबिट किया जाता है। नंबर 5 आखिर ते जो बचा प्रॉफिट, जे कोई प्रॉफिट बचा है तो उन्होंने आपस में वंड लेना है। जे लॉस बचा है तो वह साझेदारां विच प्रॉफिट शेयरिंग रेशो विच वंडिया जाता है। वो सारा कुछ किहड़ी रेशो विच वंडिया जाता है, प्रॉफिट शेयरिंग रेशो विच। हुण बेटा नैक्सट आ गई फीचर्स ऑफ प्रॉफिट एंड लॉस एप्रोप्रिएशन अकाउंट। हुण इहदियां विशेषतावां की है, परपज़ का सानूं पता लग गया भी किस परपज़ नाल बनाया जाता है। आह वाले परपज़ हैगे आ, इहदे 5 परपज़ ने, इन्हां परपज़ करके ही ये बनाया जाता है। ठीक है, हुण फीचर्स की है, की विशेषतावां है प्रॉफिट एंड लॉस एप्रोप्रिएशन अकाउंट दियां। देखो नंबर 1 ते यह खाता प्रॉफिट एंड लॉस
ਅਕਾਊਂਟ ਤਿਆਰ ਕਰਨ ਤੋਂ ਬਾਅਦ ਬਣਾਇਆ ਜਾਂਦਾ ਹੈ। ਇਹਦੀ ਵਿਸ਼ੇਸ਼ਤਾ ਇਹ ਹੈ ਵੀ ਇਹ ਖਾਤਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਕਰਨ ਪ੍ਰੋਫਿਟ ਐਂਡ ਲਾਸ ਅਕਾਊਂਟ ਤਿਆਰ ਕਰਨ ਤੋਂ ਬਾਅਦ ਬਣਾਇਆ ਜਾਂਦਾ ਹੈ। ਇੱਕ ਹੋਰ ਵਿਸ਼ੇਸ਼ਤਾ ਵੀ ਲਿਖ ਸਕਦੇ ਆਪਾਂ, ਇਹ ਖਾਤਾ ਨੋਮੀਨਲ ਨੇਚਰ ਦਾ ਹੈ। ਕਿਹੜੀ ਨੇਚਰ ਦਾ ਹੈ? ਨੋਮੀਨਲ ਨੇਚਰ ਦਾ ਹੈ, ਜਿੰਦੇ ਵਿੱਚ ਆਪਣਾ ਜਿਹੜੀਆਂ ਸਾਰੇ ਹਾਨੀਆਂ ਤੇ ਖਰਚੇ ਸੀ ਉਹ ਡੈਬਿਟ ਕਰਦੇ ਸੀ ਤੇ ਆਮਦਨ ਤੇ ਲਾਭ ਨੂੰ ਕ੍ਰੈਡਿਟ ਕਰਦੇ ਸੀ। ਇਹ ਨੋਮੀਨਲ ਨੇਚਰ ਦਾ, ਉਹ ਇੱਥੇ ਲਿਖਿਆ ਨਹੀਂ ਹੋਇਆ, ਤੁਸੀਂ ਲਿਖ ਲੈਣਾ। ਨੰਬਰ 2, ਇਹ ਖਾਤਾ ਸਾਂਝੇਦਾਰਾਂ ਵਿਚਕਾਰ ਲਾਭ ਨੂੰ ਵੰਡਣ ਲਈ ਤਿਆਰ ਕੀਤਾ ਜਾਂਦਾ। ਇਹਦੀ ਵਿਸ਼ੇਸ਼ਤਾ ਹੈ ਵੀ ਸਾਂਝੇਦਾਰਾਂ ਵਿਚਕਾਰ ਲਾਭ ਨੂੰ ਵੰਡਣ ਵਾਸਤੇ ਇਹ ਖਾਤਾ ਤਿਆਰ ਕੀਤਾ ਜਾਂਦਾ ਹੈ। ਨੈਕਸਟ ਆ ਗਿਆ ਬੇਟਾ, ਇਹ ਖਾਤਾ ਸਾਂਝੇਦਾਰੀ ਦਸਤਾਵੇਜ਼ ਦੀਆਂ ਟਰਮਸ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਇਹ ਇਹਦੇ ਵਾਸਤੇ ਸਾਂਝੇਦਾਰੀ ਦਸਤਾਵੇਜ਼ ਦੀਆਂ ਟਰਮਸ ਜ਼ਰੂਰੀ ਨੇ। ਜਿਵੇਂ ਸਾਂਝੇਦਾਰੀ ਦਸਤਾਵੇਜ਼ ਦੇ ਵਿੱਚ ਮੰਨ ਲਓ ਲਿਖਿਆ ਵੀ ਇੰਟਰਸਟ ਔਨ ਕੈਪੀਟਲ ਇੰਨਾ ਦੇਣਾ ਹੈ, ਤਾਂ ਹੀ ਉਹ ਇੰਟਰਸਟ ਔਨ ਕੈਪੀਟਲ ਦੀ ਐਡਜਸਟਮੈਂਟ ਹੋਏਗੀ ਨਾ। ਸਾਂਝੇਦਾਰੀ ਦਸਤਾਵੇਜ਼ ਵਿੱਚ ਮੰਨ ਲਓ ਲਿਖਿਆ ਹੈ ਵੀ ਇੰਟਰਸਟ ਔਨ ਡਰਾਇੰਗਸ ਇੰਨਾ ਦੇਣਾ ਹੈ, ਤਾਂ ਹੀ ਉਸ ਇੰਟਰਸਟ ਔਨ ਡਰਾਇੰਗ ਦੀ ਐਡਜਸਟਮੈਂਟ ਹੋਏਗੀ ਨਾ। ਇਹਦਾ ਮਤਲਬ ਹਾਂ ਜ਼ਰੂਰੀ ਤਾਂ ਨਹੀਂ ਹੈ। ਜੇ ਮੰਨ ਲਓ ਸਾਂਝੇਦਾਰੀ ਦਸਤਾਵੇਜ਼ ਨਹੀਂ ਲਿਖਿਆ ਤਾਂ ਫਿਰ ਉਹ 1932 ਵਾਲੇ ਨਿਯਮ ਲਾਗੂ ਹੋ ਜਾਣਗੇ, ਪਾਰਟਨਰਸ਼ਿਪ ਐਕਟ 1932 ਵਾਲੇ। ਪਰ ਜੇ ਸਾਂਝੇਦਾਰੀ ਡੀਡ ਲਿਖੀ ਹੋਈ ਹੈ ਤਾਂ ਇਹ ਖਾਤਾ ਜਰਾ ਸੌਖਾ ਬਣ ਜਾਂਦਾ। ਠੀਕ ਹੈ। ਹੁਣ ਨੈਕਸਟ ਆ ਗਿਆ ਬੇਟਾ, ਇਹ ਖਾਤਾ ਸਾਂਝੇਦਾਰੀ ਦਸਤਾਵੇਜ਼ ਦੀਆਂ ਟਰਮਸ, ਇਹ ਹੋ ਗਿਆ। ਨੈਕਸਟ ਆ ਗਿਆ ਲਾਸਟ ਵਾਲਾ, ਇਸ ਖਾਤੇ ਰਾਹੀਂ ਰਿਜ਼ਰਵ ਤਿਆਰ ਕੀਤੇ ਜਾਂਦੇ ਹਨ। ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਹੈ, ਜੇ ਪ੍ਰੋਫਿਟ ਦੇ ਵਿੱਚੋਂ ਕੁਝ ਪੈਸਾ ਆਪਾਂ ਰਿਜ਼ਰਵ ਰੱਖਣਾ ਹੈ ਤਾਂ ਉਹ ਰਿਜ਼ਰਵ ਦੇ ਰੂਪ ਵਿੱਚ ਰੱਖ ਲਿਆ ਜਾਂਦਾ ਹੈ ਤੇ ਰੱਖਣ ਤੋਂ ਬਾਅਦ ਹੀ ਇਹ ਖਾਤਾ ਤਿਆਰ ਕੀਤਾ ਜਾਂਦਾ ਹੈ। ਠੀਕ ਹੈ। ਡਿਫਰੈਂਸ ਬਿਟਵੀਨ ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਹੁਣ ਬੇਟਾ ਆਪਾਂ ਸਾਰਾ ਕੁਝ ਕਰ ਲਿਆ ਵੀ ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਵਿੱਚ ਡਿਫਰੈਂਸ ਕੀ ਹੈ। ਹੁਣ ਆਪਾਂ ਦਿਮਾਗ ਲਾ ਕੇ ਸੋਚੋ ਵੀ ਪ੍ਰੋਫਿਟ ਐਂਡ ਲਾਸ ਅਕਾਊਂਟ ਵਿੱਚੋਂ ਤਾਂ ਨੈਟ ਪ੍ਰੋਫਿਟ ਨਿਕਲਦਾ ਹੈ, ਤੇ ਜਦੋਂ ਨੈਟ ਪ੍ਰੋਫਿਟ ਨੂੰ ਵੰਡਿਆ ਜਾਂਦਾ ਤਾਂ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਦਾ ਹੈ ਨਾ। ਆ ਗਈ ਨਾ ਦਿਮਾਗ 'ਚ ਗੱਲ। ਮੇਨ ਦਾ ਡਿਫਰੈਂਸ ਆਈ ਹੈ। ਦੇਖੋ ਸਟੇਜ ਕੀ ਹੈ, ਇਹ ਖਾਤਾ ਟ੍ਰੇਡਿੰਗ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ ਹੈ। ਪ੍ਰੋਫਿਟ ਐਂਡ ਲਾਸ ਅਕਾਊਂਟ ਕਦੋਂ ਬਣਾਉਂਦਾ ਹੈ? ਪਹਿਲਾਂ ਟ੍ਰੇਡਿੰਗ ਅਕਾਊਂਟ ਬਣਾਉਂਦੇ ਸੀ, ਨੈਕਸਟ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਂਦੇ ਸੀ। ਹੁਣ ਤੇ ਇਹ ਖਾਤਾ ਕਦੋਂ ਬਣਾਇਆ ਜਾਂਦਾ ਹੈ? ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਨਾ ਵੀ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਬੈਲੈਂਸ ਸ਼ੀਟ ਬਣਨ ਤੋਂ ਪਹਿਲਾਂ ਇਹ ਖਾਤਾ। ਇਹਨਾਂ ਵਿੱਚ ਟ੍ਰੇਡਿੰਗ ਅਕਾਊਂਟ ਤੋਂ ਬਾਅਦ ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਇਹ ਸਟੇਜ ਕੀ ਹੈ, ਇਹ ਖਾਤਾ ਟ੍ਰੇਡਿੰਗ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ ਹੈ ਤੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕਦੋਂ ਬਣਾਇਆ ਜਾਂਦਾ ਹੈ? ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ। ਠੀਕ ਹੈ। ਨੈਕਸਟ ਆ ਜਾਂਦਾ ਪਰਪਸ। ਇਹਦਾ ਪਰਪਸ ਕੀ ਹੈ? ਇਸ ਦਾ ਪਰਪਸ ਨੈਟ ਪ੍ਰੋਫਿਟ ਦੀ ਗਣਨਾ ਕਰਨਾ ਹੁੰਦਾ ਹੈ। ਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਕੀ ਨਿਕਲਦਾ ਆਪਣੇ ਕੋਲ? ਨੈਟ ਪ੍ਰੋਫਿਟ। ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਕੀ ਨਿਕਲਦਾ ਆਪਣੇ ਕੋਲ? ਨੈਟ ਪ੍ਰੋਫਿਟ। ਤੇ ਇਹਦਾ ਪਰਪਸ ਕੀ ਹੈ? ਇਹਦਾ ਪਰਪਸ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਦਾ ਪਰਪਸ ਹੈ, ਇਸ ਦਾ ਪਰਪਸ ਨੈਟ ਪ੍ਰੋਫਿਟ ਨੂੰ ਸਾਂਝੇਦਾਰਾਂ ਦੇ ਵਿੱਚ ਵੰਡਣਾ ਹੈ, ਆਪਸ ਵਿੱਚ ਡਿਸਟ੍ਰੀਬਿਊਟ। ਜਿਹੜਾ ਵੀ ਪ੍ਰੋਫਿਟ ਆ ਗਿਆ ਉਹਦੇ 'ਚ ਥੋੜ੍ਹੀਆਂ ਐਡਜਸਟਮੈਂਟ, ਜੇ ਕੋਈ ਇੰਟਰਸਟ ਔਨ ਕੈਪੀਟਲ ਹੈ, ਡਰਾਇੰਗਸ ਹੈ ਤੇ ਕਰਕੇ ਤੇ ਨਾਲ ਦੀ ਨਾਲ ਉਹਨਾਂ ਨੂੰ ਆਪਸ ਵਿੱਚ ਵੰਡ ਦੇਣਾ। ਨੈਕਸਟ ਬੇਟਾ ਆ ਗਿਆ ਪਾਰਟਨਰਸ਼ਿਪ ਡੀਡ। ਹੁਣ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਪਾਰਟਨਰਸ਼ਿਪ ਡੀਡ ਹੈ ਜਿਹੜੀ, ਇਸ ਖਾਤੇ ਨੂੰ ਬਣਾਉਣ ਲਈ ਪਾਰਟਨਰਸ਼ਿਪ ਡੀਡ ਦੀ ਜ਼ਰੂਰਤ ਨਹੀਂ ਹੁੰਦੀ। ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਣ ਵਾਸਤੇ ਪਾਰਟਨਰਸ਼ਿਪ ਡੀਡ ਦੀ ਲੋੜ ਨਹੀਂ ਹੈ। ਤੇ ਜਿਹੜਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਬਣਾਉਣਾ ਹੈ ਤਾਂ ਉਹਦੇ ਵਾਸਤੇ ਵਧੀਆ ਹੈ ਵੀ ਉਹ ਪਾਰਟਨਰਸ਼ਿਪ ਡੀਡ ਹੋਵੇ। ਅਦਰਵਾਈਜ਼ ਉਹਦੇ ਤੇ 1932 ਵਾਲੇ ਪਾਰਟਨਰਸ਼ਿਪ ਐਕਟ 1932 ਵਾਲੇ ਨਿਯਮ ਲਾਗੂ ਹੋ ਜਾਂਦੇ। ਜੇ ਉਹਦੇ ਵਿੱਚ ਪਾਰਟਨਰਸ਼ਿਪ ਡੀਡ ਹੋਵੇਗੀ ਤਾਂ ਉਹਦੇ ਦੂਜਾ ਸੌਖਾ ਬਣ ਜਾਏਗਾ। ਠੀਕ ਹੈ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ। ਨੈਕਸਟ ਬੇਟਾ ਲਾਸਟ ਹੈ ਇਨਕਮ ਟੈਕਸ। ਇਨਕਮ ਟੈਕਸ ਅੱਗੋਂ ਕਹਿੰਦਾ ਪ੍ਰੋਫਿਟ ਐਂਡ ਲਾਸ ਅਕਾਊਂਟ ਇਨਕਮ ਟੈਕਸ ਦੀ ਗਣਨਾ ਲਈ ਆਧਾਰ ਹੈ। ਇਨਕਮ ਟੈਕਸ ਜਦੋਂ ਕੈਲਕੂਲੇਟ ਕਰਨੇ ਆ ਤਾਂ ਉਹ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਜਿਹੜੀ ਇਨਕਮ ਆਪਾਂ ਨੂੰ ਆਉਂਦੀ ਹੈ ਉਹਦੇ ਤੇ ਇਨਕਮ ਟੈਕਸ ਕੈਲਕੂਲੇਟ ਕੀਤਾ ਜਾਂਦਾ ਹੈ। ਤੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ 'ਚ ਇਹ ਖਾਤਾ ਇਨਕਮ ਟੈਕਸ ਦੀ ਗਣਨਾ ਲਈ ਆਧਾਰ ਨਹੀਂ ਹੈ, ਕਿਉਂਕਿ ਉਹਦੇ ਵਿੱਚ ਤਾਂ ਉਹ ਸਾਰਾ ਪ੍ਰੋਫਿਟ ਦਾ ਆਪਸ ਵਿੱਚ ਇਨਕਮ ਟੈਕਸ ਵੀ ਜਦੋਂ ਦੇਤਾ ਤਾਂ ਉਹਨੂੰ ਆਪਸ ਵਿੱਚ ਬਾਕੀ ਪ੍ਰੋਫਿਟ ਜਿਹੜਾ ਰਹਿੰਦਾ ਉਹ ਆਪਸ ਵਿੱਚ ਵੰਡ ਲੈਣਗੇ। ਠੀਕ ਹੈ। ਹੋਰ ਬੇਟਾ ਅੱਗੇ ਵੀ ਮੈਂ ਤੁਹਾਨੂੰ ਇੱਕੋ ਗੱਲ ਵਾਰ-ਵਾਰ ਹਰੇਕ ਲੈਕਚਰ 'ਚ ਆਪਣੀ ਹੁੰਦੀ ਹੈ ਵੀ ਬੇਟਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਨੂੰ ਅਪਡੇਟਸ ਆਉਂਦੀਆਂ ਰਹਿਣਗੀਆਂ। ਅਪਡੇਟਸ ਆਉਣਗੀਆਂ ਤੇ ਉਹਨੂੰ ਉਵੇਂ ਆਪਾਂ ਵੇਖਦੇ ਰਵਾਂਗੇ। ਇੱਕ ਹੋਰ ਤੁਹਾਨੂੰ ਕਿਹਾ ਸੀ ਵੀ WhatsApp ਗਰੁੱਪ ਬਣਿਆ ਹੋਇਆ ਹੈ ਜਿਹਦੇ ਵਿੱਚ ਕੱਲ੍ਹ ਵੀ ਮੈਂ ਇੱਕ ਟੈਸਟ ਪਾਇਆ ਸੀ। ਗਰੁੱਪ ਵਿੱਚ ਕੱਲ੍ਹ ਵੀ ਟੈਸਟ ਪਾਇਆ ਸੀ। ਟੈਸਟ ਰੂਟੀਨ ਵਿੱਚ ਪੈਂਦੇ ਰਹਿੰਦੇ ਨੇ। ਠੀਕ ਹੈ।
ਉਹ ਟੈਸਟ ਤੁਸੀਂ ਇਨ ਜੋ ਆਪਾਂ ਟੌਪਿਕ ਕਰਦੇ ਆ ਉਹਦੇ ਵਿੱਚੋਂ ਹੀ ਟੈਸਟ ਹੁੰਦਾ, ਠੀਕ ਹੈ, ਉਹਦੇ ਵਿੱਚੋਂ ਹੀ ਟੈਸਟ ਹੁੰਦਾ ਹੈ। ਤੇ ਉਹ ਜੇ ਤੁਸੀਂ ਵੀ ਉਸ ਗਰੁੱਪ ਵਿੱਚ ਸ਼ਾਮਲ ਹੋਣਾ ਹੈ ਤਾਂ ਤੁਸੀਂ ਮੈਨੂੰ ਪਲੀਜ਼ ਇੱਕ ਮੈਸੇਜ ਕਰ ਦਿਓ, ਮੈਂ ਤੁਹਾਨੂੰ ਉਸ ਗਰੁੱਪ ਵਿੱਚ ਸ਼ਾਮਲ ਕਰ ਲਾਂਗਾ। ਜੋ ਵੀ ਆਪਾਂ ਕੰਮ ਕਰਵਾਇਆ ਐਟਲੀਸਟ ਉਹਦੀ ਰਿਵੀਜ਼ਨ ਹੋ ਜਾਂਦੀ, ਕਿਉਂਕਿ ਉਹ ਗਰੁੱਪ ਵਿੱਚ ਮੈਂ ਟੈਸਟ ਪਾਵਾਂਗਾ, ਟੈਸਟ ਤੁਸੀਂ ਕਰੋਗੇ ਤਾਂ ਪੁੱਤਰ ਰਿਵੀਜ਼ਨ ਤਾਂ ਹੋਏਗੀ ਨਾ। ਦੇਖੋ ਨੰਬਰ ਹੈ ਮੇਰਾ 9872698111 WhatsApp ਵਾਲਾ ਨੰਬਰ ਹੈ। ਤੁਸੀਂ ਮੈਨੂੰ ਇਸ ਨੰਬਰ ਤੇ ਮੈਸੇਜ ਕਰੋ, ਮੈਸੇਜ ਕਰੋਗੇ ਤਾਂ ਮੈਂ ਵੀ ਸਰ ਤੁਹਾਨੂੰ ਉਸ ਗਰੁੱਪ ਵਿੱਚ ਸ਼ਾਮਲ ਕਰ ਲਓ। ਮੈਂ ਰੂਟੀਨ ਵਿੱਚ ਉਹਦੇ 'ਚ ਅਸਾਈਨਮੈਂਟਸ ਪਾਵਾਂਗਾ, ਅਸਾਈਨਮੈਂਟਸ ਤੁਸੀਂ ਉਹ ਕਰਦੇ ਰਹਿਣਾ, ਰਿਵਾਈਜ਼ ਕਰਦੇ ਰਹਿਣਾ। ਅਸਾਈਨਮੈਂਟਸ ਕਰੋਗੇ ਤਾਂ ਰਿਵੀਜ਼ਨ ਆਟੋਮੈਟਿਕਲੀ ਹੁੰਦੀ। ਓਕੇ ਬਾਏ।